ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾ ਮਾਉ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾਲਾ ਹਨੁਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਤਖਤੇ ਚੌਰ ਦੇ ਮਾਲਕ, ਦੋ ਜਹਾਨ ਦੇ ਵਾਲੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਤੇ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦੌਰਾਨ ਗੁਰ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਵਡਿਆਈ ਦੇ ਪਾਤਰ ਹਾਂ, ਵੱਡੇ ਭਾਗਾਂ ਵਾਲੇ ਹਾਂ। ਧਰਮ ਦੇ ਖੇਤਰ ਦੇ ਵਿੱਚ ਇੱਕ ਸਵਾਲ ਜਿਹੜਾ ਆਮ ਹੀ ਮਨੁੱਖੀ ਮਨਾਂ ਦੇ ਵਿੱਚ ਉੱਠਦਾ ਹੈ ਕਿ ਉਹ ਕਿਹੜਾ ਕੰਮ ਹੈ ਜਿਹੜਾ ਸਭ ਤੋਂ ਵਧੀਆ, ਸਭ ਤੋਂ ਸਿਰਮੌਰ ਹੈ। ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਨਾ, ਉਸ ਵਿੱਚ ਪਾਤਸ਼ਾਹ ਜੀ ਬਚਨ ਕਹਿੰਦੇ ਨੇ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ ਦਾ ਮਤਲਬ ਕੀ ਹੈ? ਸਿਰਮੌਰ ਬਾਣੀ, ਸਿਰੇ ਦੀ ਬਾਣੀ, ਸੱਚੀ ਬਾਣੀ। ਮਤਲਬ ਕੱਚੀ ਬਾਣੀ ਨਹੀਂ ਗਾਉਣੀ ਹੈ, ਸੱਚੀ ਬਾਣੀ ਗਾਉਣੀ ਹੈ, ਸੱਚੀ ਬਾਣੀ ਸੁਣਨੀ ਹੈ।
ਇਸੇ ਤਰ੍ਹਾਂ ਧਾਰਮਿਕ ਖੇਤਰ ਦੇ ਵਿੱਚ ਸਭ ਤੋਂ ਸਰਮੌਰ, ਸਭ ਤੋਂ ਸਿਰੇ ਦਾ, ਸਭ ਤੋਂ ਟੌਪ ਦਾ ਕਹਿ ਦਈਏ ਕੰਮ ਪਤਾ ਕਿਹੜਾ? ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ। ਜਿਵੇਂ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਆ ਨਾ, ਬਾਣੀਆਂ ਸਿਰ ਬਾਣੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਰਮਨ ਸਿਰ ਕਰਮ। ਸਭ ਤੋਂ ਸਿਰੇ ਦਾ ਕੰਮ, ਸਭ ਤੋਂ ਟੌਪ ਦਾ ਕੰਮ ਕੀ ਹੈ? ਹਰ ਕੀਰਤ ਸਾਧ ਸੰਗਤ ਹੈ। ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਸੁਣਨੀ ਜਾਂ ਕਰਨੀ, ਇਹ ਸਭ ਤੋਂ ਵਧੀਆ ਕੰਮ ਹੈ। ਹਾਲਾਂਕਿ ਗੁਰਪਿਆਰਿਓ, ਕਿਸੇ ਨੇ ਕਿਹਾ ਕਿ ਨਹੀਂ ਵਰਤ ਰੱਖਣੇ ਚਾਹੀਦੇ ਨੇ, ਕਿਸੇ ਨੇ ਕਿਹਾ ਨਹੀਂ ਜੋਗੀਆਂ ਵਾਲੇ ਕਰਮ ਕਰਨੇ ਚਾਹੀਦੇ ਨੇ, ਕਿਸੇ ਨੇ ਕਿਹਾ ਨਹੀਂ ਮੌਨ ਧਾਰਨ ਕਰਨਾ ਚਾਹੀਦਾ। ਪਰ ਮਹਾਰਾਜ ਕਹਿੰਦੇ ਨਹੀਂ, ਸਭ ਤੋਂ ਵਧੀਆ ਕੰਮ ਸੰਗਤ ਕਰਨਾ। ਸੋਠ ਰਾਗ ਦੇ ਇੱਕ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਹੈ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪੰਜ ਜਾਣਿਆਂ ਨਾਲੋਂ ਸਾਥ ਛੁੱਟਿਆ ਨਹੀਂ ਸਾਡਾ। ਵੇਦਾਂ ਦੇ ਪਾਠ ਬੜੇ ਕੀਤੇ, ਜੋਗੀਆਂ ਵਾਲੇ ਨਿਉਲੀ ਕਰਮ ਵੀ ਬੜੇ ਕੀਤੇ। ਮਹਾਰਾਜ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੋਨ ਵੀ ਧਾਰਨ ਕੀਤੇ, ਦੋਵੇਂ ਹੱਥ ਤੇ ਰੋਟੀ ਰੱਖ ਕੇ ਵੀ ਖਾਧੀ, ਭਾਂਡਿਆਂ ਦੀ ਵੀ ਮੁਥਾਜੀ ਨਾ ਝੱਲੀ, ਪਰ ਮਨ ਚੋਂ ਦੁਬਿਧਾ ਫੇਰ ਵੀ ਨਾ ਗਈ। ਦੁਚਿੱਤਾਪਨ ਜਿਹੜਾ ਹੈ, ਦੁਬਿਧਾ ਜਿਹੜੀ ਹੈ, ਇਹ ਮਨ ਚੋਂ ਫੇਰ ਵੀ ਨਾ ਗਈ। ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਤੀਰਥਾਂ ਤੇ ਵੀ ਬਸੇ ਜਾ ਕੇ, ਕਾਸ਼ੀ ਦੇ ਵਿੱਚ ਵੀ ਆਪਣੇ ਆਪ ਨੂੰ ਆਰੇ ਨਾਲ ਚਰਾਇਆ, ਪਰ ਮਹਾਰਾਜ ਕਹਿੰਦੇ ਮਨ ਦੀ ਮੈਲ ਤਾਂ ਫਿਰ ਵੀ ਨਾ ਲਹੀ। ਮਤਲਬ ਇਹਨਾਂ ਕਰਮਾਂ ਦੇ ਨਾਲ ਨਾ ਵਿਕਾਰਾਂ ਤੋਂ ਖਹਿੜਾ ਛੁੱਟ ਸਕਦਾ ਹੈ, ਨਾ ਮਨੁੱਖ ਆਪਣੀ ਜੜ ਪਰਮੇਸ਼ਵਰ ਨਾਲ ਜੁੜ ਸਕਦਾ ਹੈ। ਇੱਕੋ ਹੀ ਤਰੀਕਾ, ਇੱਕੋ ਹੀ ਢੰਗ, ਇੱਕੋ ਹੀ ਕਰਮ ਜਿਹੜਾ ਸਰਬੋਤਮ ਹੈ, ਉਹ ਹੈ ਸੰਗਤ ਕਰਨਾ। ਅੱਜ ਆਪਾਂ ਸੰਗਤ ਕਰਦੇ ਪਏ। ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਾਰੇ ਸੰਗਤ ਕਿਉਂ ਨਹੀਂ ਕਰਦੇ? ਸੰਗਤ ਤਾਂ ਰੋਜ਼ ਕਰਨੀ ਚਾਹੀਦੀ ਹੈ। ਸਿੱਖ ਦਾ ਫਰਜ਼ ਹੈ ਕਿ ਉਹ ਗੁਰੂ ਘਰ ਆਵੇ, ਅੱਬਲ ਤਾਂ 2 ਵਾਰ ਨਹੀਂ, ਘੱਟੋ ਘੱਟ 1 ਵਾਰੀ ਤਾਂ ਜ਼ਰੂਰ ਆਵੇ ਨਾ ਦਰਸ਼ਨ ਕਰਨ ਵਾਸਤੇ। ਬੈਠੇ ਆ ਕੇ ਆਪਾਂ ਕੀ ਕਰਦੇ ਹਾਂ? ਆਉਨੇ ਹਾਂ, ਮੱਥਾ ਟੇਕਦੇ ਹਾਂ ਔਰ ਜਦ ਹੀ ਚਲੇ ਜਾਂਦੇ ਹਾਂ। ਪਰ ਐਸਾ ਨਹੀਂ ਕਰਨਾ ਚਾਹੀਦਾ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਆਉਨੇ ਆ ਨਾ, ਤੇ ਜੇ ਬਾਣੀ ਪੜ੍ਹੀ ਜਾ ਰਹੀ ਹੈ ਭਾਈ ਸਾਹਿਬ ਵੱਲੋਂ, ਤੇ ਸੁਣਨੀ ਚਾਹੀਦੀ ਹੈ। ਜੇ ਕੀਰਤਨ ਹੋ ਰਿਹਾ ਰਾਗੀ ਸਿੰਘਾਂ ਵੱਲੋਂ, ਤੇ ਸੁਣਨਾ ਚਾਹੀਦਾ। ਜੇ ਕਥਾ ਹੋ ਰਹੀ ਹੈ ਤੇ ਸੁਣਨੀ ਚਾਹੀਦੀ ਹੈ। ਜਾਂ ਜੇ ਅਸੀਂ ਜਿਸ ਵਕਤ ਆਏ ਹਾਂ ਪਾਠ ਵੀ ਨਹੀਂ ਹੋ ਰਿਹਾ, ਕੀਰਤਨ ਵੀ ਨਹੀਂ ਹੋ ਰਿਹਾ, ਕਥਾ ਵੀ ਨਹੀਂ ਹੋ ਰਹੀ, ਤੇ ਫਿਰ ਘੱਟੋ ਘੱਟ 2-4 ਮਿੰਟ 10 ਮਿੰਟ ਬੈਠ ਕੇ ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈਏ। ਜੇ ਨਹੀਂ
तो घट्टो घट्ट 2-4 मिनट बैठ के वाहिगुरु वाहिगुरु कह के चले जाइए, बैठ के जाया करिए, मत्था ना टेकिया करिए ते नाल दी नाल भज्जिया ना करिए, बल्कि मत्था टेक के 2-4 मिनट घट तो घट बैठिया जरूर करिए। वध जिन्ना मर्जी बह जाइए, घंटा बह जाइए, 2 घंटे बह जाइए, 4 घंटे बह जाइए। लड़ीवार गुरु प्यारियों कथा चल रही है पातशाह दी, और जपजी साहब की 9वीं पौड़ी जिहड़ी है ये आपां सरवण की है। बड़ा महात्मा है गुरु प्यारियों जपजी साहब का। वैसे बाणी का नां तो जप है जी, असी सत्कार वजों लाउने, जिवें बाणी का नां है सुखमनी, पर असी सुखमनी साहब कहने हैं, या कई श्री सुखमनी साहब कह देंगे। इस तरह बाणी का नां है जप जी, असी सत्कार वजों जिहड़ा है इस बाणी नूं लाउने। जिवें हिंदू धर्म के बड़े ग्रंथ है, वेद ने, शास्त्र ने, पुराण है, रामायण है, महाभारत है, और इन्हां सारे धर्म ग्रंथों के विचों गीता की बड़ी महत्ता है। इवें बोधियां के ग्रंथ ने जिन्हां नूं त्रिपिटका कहंदे ने, उन्हां बोधियां के धर्म ग्रंथों के विचों उन्हां दा एक छोटा जिहा ग्रंथ है धम्मपद, वो बड़ा महत्वपूर्ण ग्रंथ है बोधियां दा। इसे तरह जपजी साहिब जिहड़ा है एक बहुत फलसफे दे नाल भरपूर, गहरे फलसफे दे नाल भरपूर बाणी है। जां ये कह दईए अतकथनी नहीं कि जपजी साहिब दे विच धन गुरु ग्रंथ साहिब सच्चे पातशाह जी का समुच्चा भाव जिहड़ा है वो छुपिया होया है। जिसने जपजी साहिब का शुद्ध पाठ कर लिया ना, समझ लो गुरु प्यारियों किसी हद तक वो धन गुरु ग्रंथ साहिब जी की बाणी का पाठ जिहड़ा है वो कर सकता है। बड़ी महत्वपूर्ण बाणी है। 8 पौड़ियां की विचार आप सरवण कर चुके हैं, 9वीं पौड़ी की विचार आप सरवण करनी है। इसलिए आओ इस तो पहला कि विचार शुरू करिए। जिन्नी संगत धन गुरु ग्रंथ साहिब सच्चे पातशाह जी की गोद में जुड़ी बैठी है, अपनियां मन बिरतियां एकागर कर लाए और सारी संगत गुरु शब्द में ध्यान जोड़ के गज के आखो सतनाम श्री वाहिगुरु जी। सुने ईश्वर ब्रह्मानंद, सुने मुख सालावन मंद। गुरु प्यारियो, जिमें बाणी पढ़न का महात्म है, जिमें भगती करन का महात्म है, जिमें परमेश्वर की सिफत सलाह करन का महात्म है, उस तरह सुनन का भी बहुत महात्म है। सुनन का भी बहुत महात्म है। सुनना ते पढ़ना, ध्यान देना गुरु प्यारिओ, सुनना, परमेश्वर की सिफत सलाह करनी ते परमेश्वर की सिफत सलाह नूं पढ़ना, ये समझ लो पहले स्टैप ने, पहले कदम ने। इस तो बाद हुंदा गुरु प्यारिओ विचारना। जो सुनिया उसनूं विचारना, जो पढ़िया उसकी विचार करनी, ਜਾਂ जो गुरु प्यारिओ असी परमेश्वर की सिफत सलाह की है उसनूं विचार दे विच भी लैके आउणा। इस तो बाद गुरु प्यारिओ अगला कदम हुंदा है सुनी हुई, पढ़ी हुई
ਵਿਚਾਰ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣਾ, ਆਪਣੇ ਅਮਲੀ ਜੀਵਨ ਦੇ ਵਿੱਚ ਧਾਰਨ ਕਰਨਾ। ਜਦੋਂ ਗੁਰੂ ਪਿਆਰਿਓ ਸੁਣੀ ਗਈ ਜਾਂ ਪੜ੍ਹੀ ਗਈ ਵਿਚਾਰ ਨੂੰ ਕੋਈ ਮਨੁੱਖ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦਾ ਨਾ, ਫਿਰ ਗੁਰੂ ਪਿਆਰਿਓ ਉਹ ਪੂਰਨਤਾ ਪ੍ਰਾਪਤ ਕਰਦਾ, ਫਿਰ ਉਹਨੂੰ ਪੂਰਨਤਾ ਮਿਲਦੀ ਹੈ। ਸਾਡੇ ਵਿੱਚ ਦੋ ਵਰਗ ਪੈਦਾ ਹੋ ਗਏ ਨੇ। ਇੱਕ ਵਰਗ ਤਾਂ ਇਹ ਕਹਿੰਦਾ ਹੈ ਪੜ੍ਹਨ ਦੀ ਲੋੜ ਨਹੀਂ ਹੈ, ਸੁਣਨ ਦੀ ਲੋੜ ਨਹੀਂ ਹੈ, ਜੇ ਬਾਣੀ ਨੂੰ ਕਮਾਉਣਾ ਹੀ ਨਹੀਂ ਹੈ ਤਾਂ। ਗੱਲ ਦਰੁਸਤ ਜਾਪਦੀ ਹੈ ਵੈਸੇ, ਵੀ ਜੇ ਬਾਣੀ ਨੂੰ ਕਮਾਉਣਾ ਹੀ ਨਹੀਂ ਹੈ, ਬਾਣੀ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਹੀ ਨਹੀਂ ਬਣਾਉਣਾ, ਤੇ ਸੁਣਨ ਦਾ ਕੋਈ ਫਾਇਦਾ ਨਹੀਂ ਹੈ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਇੱਕ ਵਰਗ ਤਾਂ ਇਹ ਕਹਿੰਦਾ, ਤੇ ਦੂਸਰਾ ਵਰਗ ਕਹਿੰਦਾ ਹੈ ਕਿ ਸੁਣੀ ਜਾਓ, ਸੁਣੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਬਸ ਲਾਭ ਮਿਲਦਾ। ਅਸੀਂ ਕੋਠੇ ਤੇ ਚੜ੍ਹਦੇ ਹਾਂ ਨਾ, ਛੱਤ ਤੇ ਚੜ੍ਹਦੇ ਹਾਂ, ਪਹਿਲਾਂ ਪਹਿਲੀ ਪੌੜੀ ਦੇ ਡੰਡੇ ਦੇ ਉੱਤੇ ਪੈਰ ਰੱਖਦੇ, ਫਿਰ ਅਸੀਂ ਦੂਜੀ ਪੌੜੀ ਦੇ ਡੰਡੇ ਤੇ ਪੈਰ ਰੱਖਦੇ ਹਾਂ, ਫਿਰ ਤੀਜੀ ਤੇ, ਫਿਰ ਚੌਥੀ ਤੇ, ਫਿਰ ਪੰਜਵੀਂ ਤੇ, ਫਿਰ ਅਸੀਂ ਕੋਠੇ ਤੇ ਪਹੁੰਚਦੇ ਹਾਂ। ਜੇ ਕੋਈ ਇਹ ਆਖੇ ਕਿ ਪਹਿਲੀ ਪੌੜੀ ਦੇ ਜਾਂ ਦੂਜੀ ਪੌੜੀ ਦੇ ਡੰਡੇ ਤੇ ਪੈਰ ਰੱਖਣ ਦੀ ਲੋੜ ਹੀ ਕੋਈ ਨਹੀਂ ਹੈ, ਬੰਦੇ ਨੂੰ ਤਾਂ ਕੋਠੇ ਤੇ ਪਹੁੰਚਣਾ ਚਾਹੀਦਾ ਹੈ, ਪੁੱਛਣ ਵਾਲਾ ਹੋਵੇ ਵੀ ਭਾਈ ਕਿਵੇਂ ਪਹੁੰਚ ਜੂ। ਜੇ ਪਹਿਲੀ ਪੌੜੀ ਦੇ ਡੰਡੇ ਤੇ ਪੈਰ ਨਹੀਂ ਰੱਖਣਾ, ਦੂਜੀ ਪੌੜੀ ਦੇ ਡੰਡੇ ਤੇ ਪੈਰ ਨਹੀਂ ਰੱਖਣਾ, ਤੀਜੀ ਪੌੜੀ ਦੇ ਡੰਡੇ ਤੇ ਪੈਰ ਨਹੀਂ ਰੱਖਣਾ, ਤੇ ਕੋਠੇ ਤੇ ਕਿਵੇਂ ਪਹੁੰਚ ਜੂਗਾ? ਨਹੀਂ ਪਹੁੰਚ ਸਕਦਾ ਨਾ। ਤੇ ਜੇ ਕੋਈ ਇਹ ਆਖੇ ਕਿ ਪਹਿਲੀ ਪੌੜੀ ਦੇ ਡੰਡੇ ਤੇ ਪੈਰ ਰੱਖ ਲਿਆ ਤੇ ਬਸ ਪਹੁੰਚ ਗਏ ਕੋਠੇ ਤੇ, ਜਾਂ ਵੱਧ ਤੋਂ ਵੱਧ ਦੂਜੀ ਪੌੜੀ ਤੇ ਪੈਰ ਰੱਖ ਲਿਆ ਤੇ ਸਮਝ ਲਿਆ ਪਹੁੰਚ ਗਏ ਕੋਠੇ ਤੇ, ਕਿਵੇਂ ਪਹੁੰਚ ਗਏ? ਨਹੀਂ ਪਹੁੰਚ ਸਕਦੇ। ਧਰਮ ਦੇ ਖੇਤਰ ਦੇ ਵਿੱਚ ਕਦਮ ਬਾ ਕਦਮ ਜੇ ਅਸੀਂ ਤੁਰਾਂਗੇ ਨਾ, ਫਿਰ ਮੰਜ਼ਿਲ ਮਿਲਣੀ ਹੈ। ਜੇ ਧਰਮ ਦੇ ਖੇਤਰ 'ਚ ਕਦਮ ਬਾ ਕਦਮ ਅਸੀਂ ਚੱਲਾਂਗੇ ਨਾ, ਫਿਰ ਮੰਜ਼ਿਲ ਮਿਲਣੀ ਹੈ। ਇੱਥੇ ਮਹਾਰਾਜ ਸੁਣਨ ਦਾ ਮਹਾਤਮ ਦੱਸਦੇ ਨੇ। ਜਿਹੜੇ ਸੁਣਦੇ ਨੇ ਪਰਮਾਤਮਾ ਦੀ ਸਿਫਤ ਸਲਾਹ ਨੂੰ, ਜਿਹੜੇ ਸੁਣਦੇ ਨੇ ਪਰਮਾਤਮਾ ਦੇ ਨਾਮ ਨੂੰ, ਸੁਣ ਕੇ ਪ੍ਰਵਾਨ ਕਰ ਲੈਂਦੇ ਨੇ ਔਰ ਆਪਣੀ ਅਮਲੀ ਜੀਵਨ ਦਾ ਹਿੱਸਾ ਬਣਾ ਲੈਂਦੇ ਨੇ, ਉਹਨਾਂ ਦਾ ਜੀਵਨ ਬਦਲਦਾ ਹੈ। ਉਹਨਾਂ ਦਾ ਜੀਵਨ ਬਦਲਦਾ ਗੁਰੂ ਪਿਆਰਿਓ, ਗੁਰੂ ਜੀਵਨ ਬਦਲ ਦਿੰਦਾ ਉਹਨਾਂ ਦਾ। ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਸਤਿਗੁਰਾਂ ਦਾ ਬਚਨ, ਮਹਾਰਾਜ ਕਹਿੰਦੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਅਸੀਂ ਉਸ ਗੁਰੂ ਤੋਂ ਬਲਹਾਰ ਜਾਂਦੇ ਹਾਂ, ਉਸ ਗੁਰੂ ਤੋਂ ਸਦਕੇ ਜਾਂਦੇ ਹਾਂ ਜਿਹੜਾ ਮਨੁੱਖ ਨੂੰ ਮਨੁੱਖ ਨਹੀਂ ਬਲਕਿ ਦੇਵਤੇ ਬਣਾ ਦਿੰਦਾ ਹੈ, ਦੇਵਤੇ ਬਣਾ ਦਿੰਦਾ ਹੈ। ਔਰ ਸੱਚੀ ਗੱਲ ਹੈ, ਦੇਵਤੇ ਬਣਾਉਂਦਿਆਂ ਗੁਰੂ ਨੂੰ ਸਮਾਂ ਵੀ ਨਹੀਂ ਲੱਗਦਾ, ਦੇਵਤੇ ਬਣਾਉਂਦਿਆਂ ਗੁਰੂ ਨੂੰ ਬਿੰਦ ਨਹੀਂ ਲੱਗਦਾ, ਵੇਲਾ ਨਹੀਂ ਲੱਗਦਾ। ਇਸ ਗੱਲ 'ਚ ਕੋਈ ਸ਼ੱਕ ਨਹੀਂ ਗੁਰੂ ਪਿਆਰਿਓ। ਇਨਸਾਨ ਜੀਵਨ ਜਿਉਂਦਾ ਹੈ ਨਾ, ਇਹ ਵੱਖਰੀਆਂ ਵੱਖਰੀਆਂ ਪੱਧਤੀਆਂ ਦਾ ਜੀਵਨ ਜਿਉਂਦਾ ਹੈ। ਕਈ ਇਨਸਾਨ ਐਸੇ ਹੁੰਦੇ ਹੈ ਜਿਹੜੇ ਹੁੰਦੇ ਇਨਸਾਨ ਹੈ ਲੇਕਿਨ ਉਹ ਪਸ਼ੂ ਪੱਧਤੀ ਦੇ ਉੱਤੇ ਜੀਵਨ ਜਿਉਂਦੇ ਹੈ। ਹੁੰਦੇ ਇਨਸਾਨ ਹੈ ਲੇਕਿਨ ਉਹਨਾਂ ਦੀ ਸੋਚ ਜਿਹੜੀ ਹੈ ਉਹ ਪਸ਼ੂਆਂ ਵਰਗੀ ਹੁੰਦੀ। ਪੜ੍ਹਦੇ ਵੀ ਹੈ ਨਾ ਆਪਾਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਿੰਨਾ ਸੋਹਣਾ ਲਿਖਿਆ ਮਹਾਰਾਜ ਨੇ। ਕਰਮ ਜਿਹੜੇ ਹੁੰਦੇ ਨੇ ਉਹ ਪਸ਼ੂਆਂ ਵਰਗੇ ਹੁੰਦੇ ਨੇ, ਸੋਚ ਪਸ਼ੂਆਂ ਵਰਗੀ ਹੁੰਦੀ ਹੈ, ਲੇਕਿਨ ਜਾਤੀ ਜਿਹੜੀ ਹੈ ਉਹ ਇਨਸਾਨ ਦੀ ਹੁੰਦੀ ਹੈ। ਅੱਜ ਅਸੀਂ ਅਖਬਾਰ ਪੜ੍ਹਦੇ ਹਾਂ, ਟੈਲੀਵਿਜ਼ਨ ਦੇਖਦੇ ਹਾਂ, ਸਮਾਜ ਦੇ ਵਿੱਚ ਬੜਾ ਉਪਦਰਵ ਹੋ ਰਿਹਾ ਹੈ। ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਜ਼ਬਰ ਜ਼ਨਾਹ ਹੁੰਦਾ ਹੈ। ਕਿ ਇਹ ਕਰਮ ਪਸ਼ੂਆਂ ਤੋਂ ਘੱਟ ਹੈ?
ਜਾਂ ਕੀ ਅਸੀਂ ਐਸੇ ਕਰਮ ਕਰਨ ਵਾਲੇ ਇਨਸਾਨਾਂ ਨੂੰ ਇਨਸਾਨ ਕਹਿ ਸਕਦੇ ਹਾਂ? ਬਿਲਕੁਲ ਵੀ ਨਹੀਂ। ਹਨ ਇਨਸਾਨ ਹੋ, ਸ਼ਕਲਾਂ ਇਨਸਾਨ ਵਰਗੀਆਂ ਨੇ, ਤੁਰਦੇ ਇਨਸਾਨਾਂ ਵਾਂਗੂ ਹੈ, ਖਾਂਦੇ ਇਨਸਾਨਾਂ ਵਾਂਗੂ ਹੈ, ਪਹਿਨਦੇ ਇਨਸਾਨਾਂ ਵਾਂਗੂ ਹੈ, ਲੇਕਿਨ ਉਹਨਾਂ ਦੀ ਸੋਚ ਜਿਹੜੀ ਹੈ ਉਹ ਪਸ਼ੂਆਂ ਵਰਗੀ ਹੈ, ਪਸ਼ੂਆਂ ਵਰਗੀ ਸੋਚ ਹੈ। ਇਨਸਾਨ ਹੈ ਨਾ, ਵੈਸੇ ਜੇ ਇਹ ਬਣਨਾ ਚਾਹੇ ਦੇਵਤਿਆਂ ਤੋਂ ਵੀ ਉੱਪਰ, ਫਰਿਸ਼ਤਿਆਂ ਤੋਂ ਵੀ ਉੱਪਰ ਬਣ ਸਕਦਾ, ਦੇਵਤਿਆਂ ਤੋਂ ਵੀ ਵੱਡਾ ਤੇ ਫਰਿਸ਼ਤਿਆਂ ਤੋਂ ਵੀ ਵੱਡਾ ਬਣ ਸਕਦਾ ਜੇ ਇਨਸਾਨ ਕੋਈ ਬਣਨਾ ਚਾਹੇ। ਪਰ ਨਹੀਂ ਗੁਰੂ ਪਿਆਰਿਓ, ਇਉਂ ਨਹੀਂ ਬਣਿਆ ਜਾਂਦਾ ਹੈ, ਇਸ ਤਰ੍ਹਾਂ ਨਹੀਂ ਗੁਰੂ ਪਿਆਰਿਓ ਬਣਿਆ ਜਾਂਦਾ। ਫਿਰ ਕਿਵੇਂ ਬਣਿਆ ਜਾਂਦਾ ਹੈ? ਇਹਦੇ ਲਈ ਸੰਗਤ ਕਰਨੀ ਪੈਂਦੀ ਹੈ, ਸੁਣਨਾ ਪੈਂਦਾ ਹੈ ਪਰਮੇਸ਼ਵਰ ਦੀ ਸਿਫਤ ਸਲਾਹ ਨੂੰ, ਪਰਮੇਸ਼ਵਰ ਦੀ ਵਿਚਾਰ ਨੂੰ, ਫਿਰ ਜੀਵਨ ਬਦਲਦਾ ਹੈ। ਪਰ ਇਸ ਗੱਲ ਦੀ ਗਰੰਟੀ ਹੈ ਗੁਰੂ ਪਿਆਰਿਓ ਕਿ ਗੁਰ ਸ਼ਬਦ ਦੀ ਵਿਚਾਰ ਜਿਹੜੀ ਹੈ ਇਹ ਜੀਵਨ ਬਦਲਦੀ ਹੈ। ਪਰ ਜੇ ਕੋਈ ਇਸ ਵਿਚਾਰ ਨੂੰ ਸੁਣ ਲਵੇ ਤੇ ਫਿਰ ਆਪਣੇ ਜੀਵਨ ਦਾ ਹਿੱਸਾ ਬਣਾ ਲਵੇ ਤੇ ਫਿਰ ਉਸ ਦਾ ਜੀਵਨ ਜਿਹੜਾ ਹੈ ਉਹ ਬਦਲਦਾ ਹੀ ਬਦਲਦਾ ਹੈ। ਐਸੀ ਗੱਲ ਨਹੀਂ ਹੈ ਕਿ ਫਿਰ ਉਸ ਦਾ ਜੀਵਨ ਜਿਹੜਾ ਉਹ ਬਦਲੇ ਨਾ। ਕਿੰਨਾ ਕੁ ਬਦਲ ਜਾਂਦਾ ਜੀਵਨ, ਕਿੱਡਾ ਕੁ ਵੱਡਾ ਜੀਵਨ ਹੋ ਜਾਂਦਾ ਹੈ ਜੇ ਇਨਸਾਨ ਪਰਮਾਤਮਾ ਦੀ ਸਿਫਤ ਸਲਾਹ ਗੁਰੂ ਦੀ ਗੋਦ 'ਚ ਬਹਿ ਕੇ ਸੁਣ ਲਏ। ਮਹਾਰਾਜ ਪਤਾ ਕੀ ਕਹਿੰਦੇ ਨੇ ਇਸ 9ਵੀਂ ਪੌੜੀ ਦੇ ਵਿੱਚ? ਕਹਿੰਦੇ ਸੁਣਿਆ ਈਸਰ ਬਰਮਾ ਇੰਦ, ਸੰਸਕ੍ਰਿਤ ਦਾ ਲਫ਼ਜ਼ ਹੈ ਈਸ਼। ਈਸ਼ ਦਾ ਮਤਲਬ ਹੁੰਦਾ ਮਾਲਕ। ਬਾਣੀ ਪੜ੍ਹਦੇ ਆ ਨਾ ਆਪਾਂ, ਸਾਹਿਬ, ਸੁਆਮੀ, ਠਾਕੁਰ, ਇਹਨਾਂ ਸਾਰੇ ਸ਼ਬਦਾਂ ਦਾ, ਸਾਹਿਬ, ਖਸਮ, ਨਾਹ, ਇਹਨਾਂ ਦਾ ਮਤਲਬ ਹੈ ਮਾਲਕ। ਈਸ਼ ਦਾ ਮਤਲਬ ਵੀ ਹੁੰਦਾ ਹੈ ਮਾਲਕ। ਤੇ ਇੱਥੇ ਪਾਤਸ਼ਾਹ ਕਹਿੰਦੇ ਈਸ਼ਰ। ਈਸ਼ਰ ਸਨਾਤਨੀ ਮਤ ਦੇ ਵਿੱਚ ਵਿਸ਼ਨੂੰ ਨੂੰ ਕਿਹਾ, ਭਗਵਾਨ ਵਿਸ਼ਨੂੰ ਨੂੰ। ਤੇ ਸਨਾਤਨ ਮਤ ਦੇ ਵਿੱਚ ਭਗਵਾਨ ਵਿਸ਼ਨੂੰ ਨੂੰ ਤਿੰਨਾਂ ਦੇਵਤਿਆਂ ਦੇ ਵਿੱਚੋਂ ਇੱਕ ਸਰਮੌਰ ਦੇਵਤਾ ਮੰਨਿਆ। ਸਰਮੌਰ ਦੇਵਤਾ, ਦੋ ਅਵਤਾਰ ਬੜੇ ਗੁਰੂ ਪਿਆਰਿਓ ਪ੍ਰਸਿੱਧ ਸਨਾਤਨ ਮਤ ਦੇ ਵਿੱਚ ਪੂਜੇ ਜਾਂਦੇ ਨੇ, ਮੰਨੇ ਜਾਂਦੇ ਨੇ। ਇੱਕ ਸ੍ਰੀ ਰਾਮਚੰਦਰ ਦਾ ਔਰ ਦੂਸਰਾ ਕ੍ਰਿਸ਼ਨ ਦਾ, ਔਰ ਇਹ ਦੋਨੇ ਵਿਸ਼ਨੂੰ ਦਾ ਅਵਤਾਰ ਮੰਨੇ ਗਏ ਨੇ। ਸਨਾਤਨ ਮਤ ਦੀ ਫਿਲਾਸਫੀ ਹੈ। ਬੜਾ ਵੱਡਾ ਰੁਤਬਾ ਹੈ ਈਸ਼ਰ ਦਾ। ਤੇ ਮਹਾਰਾਜ ਕਹਿੰਦੇ ਨੇ, ਭਾਈ ਸਨਾਤਨ ਮਤ ਵਾਲੇ ਕਹਿੰਦੇ ਹੈ ਕਿ ਈਸ਼ਰ ਦਾ ਰੁਤਬਾ ਬਹੁਤ ਵੱਡਾ ਹੈ। ਸਨਾਤਨ ਮਤ ਦੇ ਲੋਕ ਈਸ਼ਵਰ ਨੂੰ ਬੜਾ ਵੱਡਾ ਦੇਵਤਾ, ਬੜਾ ਵੱਡਾ ਭਗਵਾਨ ਮੰਨਦੇ ਨੇ। ਪਰ ਜੇ ਕਹਿੰਦੇ ਕੋਈ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਲੱਗ ਪਏ ਨਾ ਗੁਰੂ ਨਾਲ ਜੁੜ ਕੇ, ਤੇ ਉਹ ਉਸ ਪਦਵੀ ਦੇ ਉੱਤੇ ਪਹੁੰਚ ਜਾਂਦਾ ਹੈ, ਉਸ ਸਟੇਜ ਦੇ ਉੱਤੇ ਪਹੁੰਚ ਜਾਂਦਾ ਹੈ ਜਿਸ ਸਟੇਜ ਜਾਂ ਜਿਸ ਪਦਵੀ ਦੇ ਉੱਤੇ ਈਸ਼ਵਰ ਨੂੰ ਮੰਨਿਆ ਗਿਆ, ਈਸ਼ਰ ਨੂੰ ਮੰਨਿਆ ਗਿਆ। ਛੋਟੀ ਮੋਟੀ ਗੱਲ ਨਹੀਂ, ਕਿੱਡੀ ਵੱਡੀ ਪਦਵੀ ਹੈ ਸਨਾਤਨ ਮਤ ਦੇ ਵਿੱਚ ਵਿਸ਼ਨੂੰ ਦੀ। ਪਰ ਮਹਾਰਾਜ ਕਹਿੰਦੇ ਜੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਕਿਤੇ ਸੁਣਨ ਲੱਗ ਪਵੋ ਨਾ, ਕੰਟੀਨਿਊ ਸੁਣਨ ਲੱਗ ਪਵੋ ਤੇ ਸੁਣ ਕੇ ਫਿਰ ਉਹਦਾ ਮੰਥਨ ਕਰਨ ਲੱਗ ਪਵੋ, ਤੇ ਇਕੱਲਾ ਮੰਥਨ ਕਰਕੇ ਵੀ ਛੱਡਣਾ ਨਹੀਂ ਹੈ, ਬਲਕਿ ਉਸ ਨੂੰ ਆਪਣੀ ਅਮਲੀ ਜੀਵਨ ਦਾ ਹਿੱਸਾ ਬਣਾ ਲਵੋ, ਤੇ ਤੁਹਾਡੀ ਅਵਸਥਾ ਜਿਹੜੀ ਹੈ ਈਸ਼ਰ ਦੇ ਤੁੱਲ ਹੋ ਜਾਏ। ਤੁਹਾਡੀ ਸੋਚ, ਤੁਹਾਡੀ ਅਵਸਥਾ ਜਿਹੜੀ ਹੈ ਉਹ ਈਸ਼ਰ ਦੇ ਤੁੱਲ ਹੋ ਜਾਏਗੀ। ਬਹੁਤ ਵੱਡੀ ਗੱਲ ਹੈ ਗੁਰੂ ਪਿਆਰਿਓ। ਅਸੀਂ ਤਾਂ ਸਿਰਫ ਤੇ ਸਿਰਫ ਇਨਸਾਨ ਹੀ ਬਣਨਾ ਚਾਹੁੰਦੇ। ਆਪਾਂ ਕਹਿੰਦੇ ਵੀ ਹਾਂ ਵੀ ਭਾਈ ਅੱਜ ਦੇ ਸਮੇਂ 'ਚ ਅਸੀਂ ਇਨਸਾਨ ਬਣ ਜਾਈਏ ਨਾ, ਤੇ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਅਸੀਂ ਇਨਸਾਨ ਬਣ ਜਾਈਏ। ਪਰ ਮਹਾਰਾਜ ਕਹਿੰਦੇ ਇਨਸਾਨ
ਤੁਸੀਂ ਤਾਂ ਉਸ ਪੱਧਤੀ ਦੇ ਉੱਤੇ ਪਹੁੰਚ ਸਕਦੇ ਹੋ, ਉਸ ਸਟੇਜ ਦੇ ਉੱਤੇ ਪਹੁੰਚ ਸਕਦੇ ਹੋ, ਉਸ ਅਵਸਥਾ ਦੇ ਉੱਤੇ ਪਹੁੰਚ ਸਕਦੇ ਹੋ ਜਿਸ ਅਵਸਥਾ ਜਾਂ ਜਿਸ ਸਟੇਜ ਦੇ ਧਨੀ, ਜਿਸ ਅਵਸਥਾ ਦੇ ਮਾਲਕ ਵਿਸ਼ਨੂੰ ਸਨਾਤਨ ਧਰਮ ਦੇ ਵਿੱਚ ਮੰਨੇ ਗਏ ਨੇ। ਇਹ ਪਾਤਸ਼ਾਹ ਕਹਿੰਦੇ ਨੇ। ਫਿਰ ਗੁਰੂ ਪਿਆਰਿਓ ਦੂਸਰਾ ਲਫ਼ਜ਼ ਹੈ ਬਰਮਾ। ਇਹ ਵੀ ਬੜਾ ਵੱਡਾ ਦੇਵਤਾ ਮੰਨਿਆ ਗਿਆ। ਦੂਸਰੇ ਨੰਬਰ ਦੇ ਉੱਤੇ ਬ੍ਰਹਮਾ, ਜਿਹਦੇ ਬਾਰੇ ਗੁਰੂ ਪਿਆਰਿਓ ਸਨਾਤਨ ਮਤ ਦਾ ਵਿਸ਼ਵਾਸ ਹੈ ਕਿ ਉਹ ਜਗਤ ਦੀ ਸਿਰਜਣਾ ਕਰਦਾ ਹੈ। ਸਨਾਤਨ ਮਤ ਦਾ ਵਿਸ਼ਵਾਸ ਬਈ ਸਾਡੀ ਜਿਹੜੀ ਪਰੰਪਰਾ ਹੈ, ਜਿਹਨੂੰ ਅਸੀਂ ਸਿੱਖ ਪਰੰਪਰਾ ਕਹਿੰਦੇ ਹਾਂ, ਉਹ ਤਾਂ ਕਹਿੰਦੀ ਹੈ ਜਗਤ ਦਾ ਸਿਰਜਕ ਜਿਹੜਾ ਹੈ ਇਹ ਅਕਾਲ ਪੁਰਖ ਹੈ, ਇਹ ਪਰਮੇਸ਼ਵਰ ਹੈ। ਪਰ ਜਿਹੜੀ ਸਨਾਤਨ ਮਤ ਦੀ ਜਾਂ ਹਿੰਦੂ ਮਤ ਦੀ ਜਿਹੜੀ ਫਿਲਾਸਫੀ ਹੈ, ਉਹ ਕਹਿੰਦੀ ਹੈ ਕਿ ਬ੍ਰਹਮਾ ਜਿਹੜਾ ਹੈ ਉਹ ਜਗਤ ਨੂੰ ਸਾਜਦਾ ਹੈ, ਜਾਂ ਜਗਤ ਜਿਹੜਾ ਹੈ ਉਹ ਬ੍ਰਹਮਾ ਨੇ ਸਾਜਿਆ। ਹੁਣ ਜੇ ਗੁਰਪਿਆਰੇ ਜਗਤ ਬ੍ਰਹਮਾ ਨੇ ਸਾਜਿਆ ਤੇ ਉਹਦੀ ਪਦਵੀ ਵੀ ਬਹੁਤ ਵੱਡੀ ਹੈ ਸਨਾਤਨ ਮਤ ਦੇ ਵਿੱਚ। ਪਰ ਪਾਤਸ਼ਾਹ ਕਹਿੰਦੇ ਨੇ ਜੇ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਤੁਸੀਂ ਸੁਣ ਲਵੋ ਤੇ ਤੁਹਾਡੀ ਵੀ ਏਡੀ ਵੱਡੀ ਅਵਸਥਾ ਬਣ ਜਾਊਗੀ, ਏਡੀ ਵੱਡੀ ਅਵਸਥਾ ਬਣ ਜਾਊਗੀ ਜਿੱਡੀ ਵੱਡੀ ਅਵਸਥਾ ਸਨਾਤਨੀਆਂ ਨੇ ਬ੍ਰਹਮਾ ਦੀ ਮੰਨੀ। ਦੇਖੋ ਗੁਰੂ ਪਿਆਰਿਓ, ਗੁਰਬਾਣੀ ਨੂੰ ਗੁਰਬਾਣੀ ਦੇ ਜਾਂ ਗੁਰਮਤਿ ਦੇ ਪਰਪੇਖ ਦੇ ਵਿੱਚ ਹੀ ਸਮਝਣ ਦੀ ਲੋੜ ਹੈ। ਪਾਤਸ਼ਾਹ ਨੇ ਬਚਨ ਕਹੇ ਨੇ, ਉਹਨਾਂ ਬਚਨਾਂ ਦਾ ਭਾਵ ਕੀ ਹੈ ਇਸ ਨੂੰ ਸਮਝਣ ਦੀ ਲੋੜ ਹੈ। ਇਸ ਨੂੰ ਸਮਝਣ ਦੀ ਲੋੜ ਹੈ ਕਿ ਭਾਵ ਕੀ ਹੈ। ਭਾਵ ਇਹੀ ਹੈ ਕਿ ਭਾਈ ਦੁਨੀਆ ਦੇ ਵਿੱਚ ਵੱਡੇ ਪੂਜ ਹੋਏ ਨੇ ਈਸ਼ਰ ਤੇ ਬ੍ਰਹਮਾ, ਬੜੇ ਬੜੇ ਇਹਨਾਂ ਨਾਲ ਪ੍ਰਸੰਗ ਜੁੜੇ ਹੋਏ ਨੇ, ਬੜੀਆਂ ਬੜੀਆਂ ਇਹਨਾਂ ਨਾਲ ਕਹਾਣੀਆਂ ਜੁੜੀਆਂ ਹੋਈਆਂ ਨੇ। ਪੂਰੇ ਵਿਸ਼ਵ ਭਰ ਦੇ ਵਿੱਚ ਇਹਨਾਂ ਦੇ ਮੰਦਰ ਬਣੇ ਨੇ, ਇਹਨਾਂ ਨੂੰ ਪੂਜਿਆ ਜਾਂਦਾ ਹੈ, ਸਤਿਕਾਰਿਆ ਜਾਂਦਾ ਹੈ, ਇਹਨਾਂ ਦਾ ਮਾਣ ਹੈ, ਸਤਿਕਾਰ ਹੈ। ਲੋਕ ਇਹਨਾਂ ਅੱਗੇ ਸਿਰ ਝੁਕਾਉਂਦੇ ਨੇ, ਲੋਕ ਇਹਨਾਂ ਦੇ ਮੰਦਰਾਂ ਦੇ ਵਿੱਚ ਸੋਨਾ ਚਾਂਦੀ ਅਰਬਾਂ ਖਰਬਾਂ ਰੁਪਈਆ ਦਾਨ ਕਰਦੇ ਨੇ। ਬੜਾ ਵੱਡਾ ਮਾਣ ਹੈ। ਪਰ ਜੇ ਤੁਸੀਂ ਚਾਹੋ ਤੇ ਤੁਸੀਂ ਵੀ ਏਡੇ ਵੱਡੇ ਮਾਨੀ ਬਣ ਸਕਦੇ ਹੋ ਜੇ ਕਿਤੇ ਪਰਮਾਤਮਾ ਦੀ ਸਿਫਤ ਸਲਾਹ ਨੂੰ ਤੁਸੀਂ ਸੁਣਨ ਲੱਗ ਪਵੋ। ਇੱਕ ਪਾਤਸ਼ਾਹ ਨੇ ਇੱਥੇ ਗੁਰੂ ਪਿਆਰਿਓ ਜ਼ਿਕਰ ਕੀਤਾ ਇੰਦਰ, ਜਿਹਦੇ ਬਾਰੇ ਬਾਣੀ 'ਚ ਵੀ ਗੁਰੂ ਪਿਆਰਿਓ ਉਲੇਖ ਮਿਲਦਾ ਹੈ। ਸਹੰਸਰ ਦਾਨ ਦੇ ਇੰਦਰ ਰੂ ਆਇਆ। ਪਰ ਇੱਥੇ ਇੰਦ ਸ਼ਬਦ ਦਾ ਭਾਵ ਹੈ ਇੰਦਰ, ਤੇ ਇਹ ਕਿਸ ਪ੍ਰੋਸੈਸ ਦੇ ਵਿੱਚ ਵਰਤਿਆ ਸਤਿਗੁਰਾਂ ਨੇ? ਇੰਦਰ ਨੂੰ ਸਨਾਤਨ ਮਤ ਦੇ ਵਿੱਚ ਸਵਰਗ ਦਾ ਰਾਜਾ ਲਿਖਿਆ, ਸਵਰਗ ਦਾ ਰਾਜਾ। ਤੇ ਅਸੀਂ ਕਿੱਥੇ ਜੀਵਨ ਜਿਉਂਦੇ ਹਾਂ? ਅਸੀਂ ਧਰਤੀ ਤੇ ਜੀਵਨ ਜਿਉਂਦੇ ਹਾਂ। ਤੇ ਹਰ ਬੰਦੇ ਦੀ ਇੱਛਾ ਹੈ ਕਿ ਉਹਦਾ ਹੁਕਮ ਚੱਲੇ। ਕੋਈ ਕਹਿੰਦਾ ਮੇਰਾ ਘਰ 'ਚ ਹੁਕਮ ਚੱਲੇ, ਕੋਈ ਕਹਿੰਦਾ ਮੇਰੇ ਮੁਹੱਲੇ 'ਚ ਹੁਕਮ ਚੱਲੇ, ਕੋਈ ਕਹਿੰਦਾ ਪਿੰਡ 'ਚ ਹੁਕਮ ਚੱਲੇ, ਕੋਈ ਕਹਿੰਦਾ ਮੇਰੇ ਬਲਾਕ 'ਚ ਹੁਕਮ ਚੱਲੇ, ਡਿਸਟ੍ਰਿਕਟ 'ਚ ਹੁਕਮ ਚੱਲੇ, ਸਟੇਟ 'ਚ ਹੁਕਮ ਚੱਲੇ, ਦੇਸ਼ ਦੇ ਵਿੱਚ ਹੁਕਮ ਚੱਲੇ। ਤੇ ਹੁਕਮ ਤਾਂ ਹੀ ਚੱਲ ਸਕਦਾ ਜੇ ਉਹਦੇ ਕੋਲੇ ਰਾਜ ਦੀ ਸ਼ਕਤੀ ਹੋਵੇ। ਹਰ ਬੰਦੇ ਦੀ ਗੁਰੂ ਪਿਆਰੀ ਇੱਛਾ ਜਿਹੜੀ ਹੈ ਉਹ ਇਹ ਹੈ ਕਿ ਉਹਦੇ ਕੋਲੇ ਕੋਈ ਨਾ ਕੋਈ ਐਸੀ ਤਾਕਤ ਹੋਣੀ ਚਾਹੀਦੀ ਹੈ ਜਿਸ ਤਾਕਤ ਦੀ ਵਜ੍ਹਾ ਕਰਕੇ ਉਹਦਾ ਦੂਸਰਿਆਂ ਦੇ ਉੱਤੇ ਆਰਡਰ ਚੱਲੇ, ਹੁਕਮ ਚੱਲੇ। ਤੇ ਜਿਹੜਾ ਇੰਦਰ ਹੈ ਇਹਦਾ ਹੁਕਮ ਤਾਂ ਕਹਿੰਦੇ ਸਵਰਗ 'ਚ ਚੱਲਦਾ। ਸਨਾਤਨ ਮਤ ਦੀ ਫਿਲਾਸਫੀ ਦੇ ਮੁਤਾਬਕ ਇੰਦਰ ਦਾ ਹੁਕਮ ਜਿਹੜਾ ਹੈ ਉਹ ਸਵਰਗ ਦੇ ਉੱਤੇ ਚੱਲਦਾ ਹੈ। ਸਵਰਗ ਦਾ ਉਹ ਕਹਿੰਦੇ ਰਾਜਾ। ਮਹਾਰਾਜ ਕਹਿੰਦੇ ਭਾਈ ਆ ਦੁਨੀਆ ਦਾ ਰਾਜ ਤਾਂ ਬੜਾ ਤੁੱਛ ਹੈ। ਦੁਨੀਆ ਦਾ ਰਾਜ ਜਿਹੜਾ ਹੈ ਇਹ ਤਾਂ ਬੜਾ ਤੁੱਛ ਹੈ। ਇਹਦੀ ਤਾਂ ਸੀਮਾ ਹੈ, ਅੱਜ ਹੈ ਕੱਲ ਨਹੀਂ ਹੋਵੇਗਾ। ਪਰ ਇੰਦਰ ਜਿਹੜਾ ਨਾ, ਇੰਦਰ ਇਹ ਸਵਰਗ ਦਾ ਸਦੀਵੀ ਸਮੇਂ
ਲਈ ਰਾਜਾ ਹੈ ਔਰ ਬੜੇ ਲੰਬੇ ਸਮੇਂ ਤੋਂ ਚੱਲਿਆ ਆਉਂਦਾ। ਐਸਾ ਪੁਰਾਣਾ ਦੀਆਂ ਕਥਾ ਕਹਾਣੀਆਂ ਦੱਸਦੀਆਂ ਨੇ। ਮਹਾਰਾਜ ਕਹਿੰਦੇ ਭਾਈ ਪੁਰਖੋ, ਜੇ ਕਹਿੰਦੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਲੱਗ ਪਵੋ ਨਾ, ਜੇ ਤੁਸੀਂ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਲੱਗ ਪਵੋ ਤੇ ਤੁਹਾਨੂੰ ਵੀ ਕਹਿੰਦੇ ਜਿਹੜੀ ਉਹ ਅਵਸਥਾ ਜਿਹੜੀ ਆ ਪ੍ਰਾਪਤ ਹੋ ਸਕਦੀ ਹੈ, ਜਿਹੜੀ ਅਵਸਥਾ ਜਾਂ ਜਿਹੜੀ ਤਾਕਤ ਇੰਦਰ ਨੂੰ ਪ੍ਰਾਪਤ ਹੋਈ। ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ